ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਜੀ ਨੇ ਅੱਜ ਜੋ ਅੰਮ੍ਰਿਤ ਵੇਲੇ ਤੋਂ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਨੇ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਿਤਾ ਜੀ ਨੇ ਰਾਗ ਜੈਤਸਰੀ ਦੇ ਅੰਦਰ ਅੱਜ ਜੋ ਕਿਰਪਾ ਕੀਤੀ ਹੈ, ਅੱਜ ਦੇ ਮੁਖ ਵਾਕ ਦੇ ਅੰਦਰ ਸਤਿਗੁਰੂ ਜੀ ਨੇ ਰੱਬੀ ਗਿਆਨ, ਰੱਬੀ ਧਿਆਨ ਅਤੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਅੰਦਰ ਪੱਕਿਆਂ ਕਰਨਾ, ਇਹ ਤਿੰਨ ਦਾਤਾਂ ਸਾਨੂੰ ਖਾਸ ਕਰਕੇ ਬਖਸ਼ਿਸ਼ ਕੀਤੀਆਂ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਜੀਆਂ ਦੇ ਪਾਵਨ ਅੰਗ 701 ਉੱਪਰ ਅੱਜ ਦਾ ਮੁਖ ਵਾਕ ਸੁਭਾਈਮਾਨ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਜੀਆਂ ਦੇ ਰਾਗ ਦੀ ਤਰਤੀਬ ਦੇ ਅਨੁਸਾਰ 11ਵਾਂ ਰਾਗ ਜੈਤਸਰੀ ਹੈ। ਸਤਿਗੁਰੂ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਪਿਤਾ, ਧੰਨ ਗੁਰੂ ਤੇਗ ਬਹਾਦਰ ਅਤੇ ਭਗਤਾਂ ਵਿੱਚੋਂ ਬਾਬਾ ਰਵਿਦਾਸ ਜੀ ਦੀ ਬਾਣੀ ਇਸ ਰਾਗ ਦੇ ਅੰਦਰ ਦਰਜ ਹੈ। ਆਓ ਪਿਆਰ ਦੇ ਨਾਲ ਆਏ ਹੋਏ ਮੁਖ ਵਾਕ ਦੇ ਅਰਥਾਂ ਦੇ ਨਾਲ ਜੁੜਨਾ ਕਰੋ ਜੀ। ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤਸਰੀ ਮਹੱਲਾ ਪੰਜਵਾਂ। ਮਨ ਮੈਂ ਸਤਿਗੁਰ ਧਿਆਨ ਧਰਾ, ਦਿਰੜਿਓ ਗਿਆਨ ਮੰਤਰ ਹਰ ਨਾਮਾ, ਪ੍ਰਭ ਜੀਓ ਮਇਆ ਕਰਾ। ਗੁਰੂ ਅਰਜਨ ਦੇਵ ਪਿਤਾ ਜੀ ਨੇ ਇਹਨਾਂ ਦੋ ਤੁਕਾਂ ਨੂੰ ਰਹਾਉ ਦੀਆਂ ਤੁਕਾਂ ਵਜੋਂ ਉਚਾਰਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਵੀ ਕਿਸੇ ਗੁਰਮੁਖ ਤੇ ਇਹ ਕਿਰਪਾ ਹੋਵੇ ਤੇ ਉਹ ਆਪਣੇ ਗੁਰੂ ਦਾ ਧਿਆਨ ਧਰੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ ਹਿਰਦੇ ਦੇ ਅੰਦਰ ਗੁਰੂ ਦੇ ਗਿਆਨ ਨੂੰ ਪੱਕਿਆਂ ਕਰੇ, ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਵਸਾਵੇ। ਇਹ ਤਿੰਨ ਦਾਤਾਂ ਉਹਨਾਂ ਦੀ ਝੋਲੀ 'ਚ ਪੈਂਦੀਆਂ ਨੇ। ਪ੍ਰਭ ਜੀਓ ਮਇਆ ਕਰਾ। ਮਇਆ ਸ਼ਬਦ ਕਹਿੰਦੇ ਨੇ ਵਾਹਿਗੁਰੂ ਜੀ ਜਦੋਂ ਤਰਸ ਕਰੇ, ਆਪ ਤਰੁੱਠੇ ਕਿਸੇ ਦੇ ਜੀਵਨ ਤੇ, ਉਹਨਾਂ ਨੂੰ ਫਿਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਹ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਨੇ, ਉਸ ਧਿਆਨ ਦੇ ਵਿੱਚੋਂ ਅਨੁਭਵੀ ਗਿਆਨ ਪ੍ਰਾਪਤ ਹੁੰਦਾ ਹੈ। ਪਰ ਇਹ ਦੋਨੋਂ ਦਾਤਾਂ ਸਤਿਗੁਰੂ ਜੀ ਕਹਿੰਦੇ ਹਿਰਦੇ ਵਿੱਚ ਦਿਰੜਿਓ ਮੰਤਰ, ਦਿਰੜਿਓ ਗਿਆਨ। ਜਦੋਂ ਅਸੀਂ ਨਾਮ ਰੂਪੀ ਮੰਤਰ ਨੂੰ ਪੱਕਿਆਂ ਕੀਤਾ, ਇਹਦੇ ਅਰਥ ਇਹ ਨੇ ਕਿ ਜਦੋਂ ਅਸੀਂ ਰੋਜ਼ ਅਭਿਆਸ ਕਰੀਏ ਸੱਚੇ ਨਾਮ ਦਾ, ਤੇ ਨਾਮ ਦੇ ਅਭਿਆਸ ਕਰਨ ਲੱਗਿਆਂ ਧਿਆਨ ਟਿਕਾਈਏ ਸਤਿਗੁਰੂ ਦੀ ਬਾਣੀ 'ਚ, ਗੁਰੂ ਜੋਤ 'ਚ, ਫਿਰ ਉਸ ਧਿਆਨ ਵਿੱਚੋਂ ਇੱਕ ਗਿਆਨ ਪ੍ਰਾਪਤ ਹੁੰਦਾ ਹੈ। ਜਦੋਂ ਆਪਾਂ ਸੰਸਾਰ ਅੰਦਰ ਵੇਖਦੇ ਹਾਂ ਤੇ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ, ਸਾਇੰਸ ਨੇ ਇੰਨੀ ਤਰੱਕੀ ਕੀਤੀ, ਉੱਥੇ ਹੀ ਦੁਨੀਆ ਅੰਦਰ ਬੜਾ ਗਿਆਨ ਪਿਆ। ਪਰ ਕੁਝ ਗਿਆਨ ਨੇ ਜੋ ਸਾਨੂੰ ਬਾਹਰੀ ਕਿਤਾਬਾਂ ਪੜ੍ਹ ਕੇ ਮਿਲਦਾ, ਕੁਝ ਗਿਆਨ ਸਾਨੂੰ ਕੁਦਰਤ ਵੱਲੋਂ ਮਿਲਦਾ। ਪਰ ਇਹ ਸਤਿਗੁਰੂ ਜੀ ਕਹਿੰਦੇ ਗਿਆਨ ਸਭ ਫਿੱਕੇ ਨੇ, ਰੱਬੀ ਅਨੁਭਵੀ ਧਿਆਨ ਦੇ ਅੱਗੇ, ਗਿਆਨ ਦੇ ਅੱਗੇ। ਕਿਉਂਕਿ ਜਦੋਂ ਸਤਿਗੁਰੂ ਗੁਰੂ ਨਾਨਕ ਜੀ ਇਸ ਮਾਤ ਲੋਕ ਵਿੱਚ ਆਉਂਦੇ ਨੇ, ਭਾਈ ਗੁਰਦਾਸ ਨੇ ਇੱਕ ਇਸ਼ਾਰਾ ਕੀਤਾ, ਬਾਬਾ ਦੇਖਿਆ ਧਿਆਨ ਧਰ। ਤੇ ਜਦੋਂ ਸਤਿਗੁਰੂ ਜੀ ਨੇ ਵੇਖਿਆ ਸੀ ਇਹ ਸੰਸਾਰ ਕਿਵੇਂ ਕਰੁੱਜ ਕੇ ਈਰਖਾ ਦਵੈਸ਼ ਦੇ ਅੰਦਰ, ਹਉਮੈ ਮੈਂ ਮੇਰੀ 'ਚ ਖੈ ਮਰਦੇ ਬਾਹਮਣ ਮੁਲਾਣੇ, ਇਹ ਹਾਲਾਤ ਜੋ ਸੰਸਾਰ ਦੇ ਬਣੇ ਸਨ, ਉੱਥੇ ਫਿਰ ਸਤਿਗੁਰੂ ਜੀ ਕੀ ਕਰਦੇ ਨੇ, ਇੱਕ ਦੁਨੀਆ ਨੂੰ ਉਹ ਗਿਆਨ ਵੰਡਦੇ ਨੇ ਜਾ ਕੇ, ਜਿਸ ਗਿਆਨ ਦੇ ਵਿੱਚੋਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦੇ ਭਲੇ ਦੀ ਇੱਕ ਸਤਿਗੁਰੂ ਜੀ ਆਦਰਸ਼ਤਾ ਨੂੰ ਘੜਦੇ ਨੇ। ਹੁਣ ਇੱਕ ਬੜੀ ਵੱਡੀ ਗੱਲ ਹੈ ਕਿ ਗੁਰੂ ਨਾਨਕ ਜੀ ਤੋਂ ਪਹਿਲਾਂ ਧਰਤੀ ਤੇ ਗਿਆਨ ਨਹੀਂ ਸੀ ਹੈਗਾ, ਕਿ ਗੁਰੂ ਨਾਨਕ ਜੀ ਤੋਂ ਪਹਿਲਾਂ ਧਰਤੀ ਤੇ ਧਿਆਨ ਨਹੀਂ ਸੀ ਟਿਕਾਇਆ ਜਾ ਰਿਹਾ, ਸਭ ਕੁਝ ਸੀ। ਪਰ ਉਹ ਇੱਕ ਗਿਲਾਨੀ ਇਹ ਆਈ ਕਿ ਜੋ ਦੁਨਿਆਵੀ ਅਸੀਂ ਕਹਿ ਲਈਏ ਵੱਖ-ਵੱਖ ਧਰਮਾਂ ਦੇ ਗ੍ਰੰਥ ਸਨ, ਅਵਤਾਰੀ ਪੁਰਸ਼ ਸਨ, ਉਹਨਾਂ ਦੇ ਅਨੁਯਾਈ ਜਿਹੜੇ ਅੱਗੇ ਹੁੰਦੇ ਨੇ, ਪ੍ਰੀਚਰ ਕਹਿ ਲਓ, ਉਹਨਾਂ ਨੇ ਕੀ ਕੀਤਾ, ਆਮ ਦੁਨੀਆ ਨੂੰ ਵਰਨਾਂ ਵਿੱਚ ਵੰਡਿਆ, ਆਮ ਦੁਨੀਆ ਨੂੰ ਉੱਥੇ ਤੱਕ ਪਹੁੰਚਣ ਹੀ ਨਾ ਦਿੱਤਾ, ਉਸ ਗਿਆਨ ਤੱਕ, ਉਸ ਧਿਆਨ ਤੱਕ, ਉਸ ਨਾਮ ਤੱਕ।
ਕਰਮ ਕਾਂਡਾਂ 'ਚ ਫੋਕਟ ਕਰਮਾਂ ਦੇ ਵਿੱਚ ਪਾ ਕੇ ਇੰਨਾ ਉਲਝਾ ਦਿੱਤਾ ਕਿ ਬੰਦਾ ਬੰਦੇ ਦਾ ਦੁਸ਼ਮਣ ਹੋ ਗਿਆ। ਸਤਿਗੁਰੂ ਪਿਤਾ ਜੀ ਨੇ ਫਿਰ ਇਸ ਧਰਤੀ ਤੇ ਇੱਕ ਇਨਕਲਾਬ ਲਿਆਂਦਾ। ਬਾਬਾ ਦੇਖਿਆ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਸੋ ਸੰਗਤ ਜੀ, ਸਤਿਗੁਰੂ ਪਿਤਾ ਜੀ ਕਹਿੰਦੇ ਜਦੋਂ ਆਪਾਂ ਦੇਖੋ ਇਹ ਵੀ ਗੱਲਾਂ ਨੇ ਕਿ ਜਦੋਂ ਕਾਜੀ ਮੁਲਾਣੇ ਸਤਿਗੁਰੂ ਨੂੰ ਮਿਲਦੇ ਨੇ, ਬ੍ਰਾਹਮਣ ਵੱਡੇ ਵੱਡੇ ਚਤੁਰਦਾਸ ਬ੍ਰਹਮ ਭੁਜ ਵਰਗੇ ਮਿਲਦੇ ਆ, ਉਹਨਾਂ ਦੇ ਗਿਆਨ ਸਤਿਗੁਰੂ ਦੇ ਅੱਗੇ ਫਿੱਕੇ ਪੈਂਦੇ ਨੇ। ਤਾਂ ਹੀ ਮਹਾਰਾਜ ਉਹਨਾਂ ਦੇ ਗਿਆਨ ਦੀ ਇੱਕੋ ਗੱਲ ਕਹਿੰਦੇ ਕਿ ਪੜ ਪੜ ਗੱਡੀ ਲੱਦੀ ਹੈ। ਸਤਿਗੁਰੂ ਪਿਤਾ ਜੀ ਕਹਿੰਦੇ ਜਦੋਂ ਅਸੀਂ ਆਪਣੇ ਸਦੀਵੀ ਗੁਰੂ ਦਾ, ਸੱਚੇ ਗੁਰੂ ਦਾ, ਉਹ ਗੁਰੂ ਜੋ ਪਰਮਾਤਮਾ 'ਚ ਓਤ ਪੋਤ ਹੈ, ਉਹਦਾ ਧਿਆਨ ਧਰਾਂਗੇ, ਰੋਜ਼ ਉਹਦਾ ਚਿੰਤਨ ਕਰਾਂਗੇ। ਕਈ ਧਿਆਨ ਧਰਦੇ ਨੇ, ਸਾਨੂੰ ਉਸ ਧਿਆਨ ਵਿੱਚੋਂ ਅਨੁਭਵੀ ਗਿਆਨ ਮਿਲੇ। ਕਈ ਧਿਆਨ ਧਰਦੇ ਨੇ, ਸਾਨੂੰ ਜਿਹਦਾ ਧਿਆਨ ਧਰ ਰਿਹਾ ਉਹਦੇ ਸਾਖਸ਼ਾਤ ਦਰਸ਼ਨ ਹੋ ਜਾਣ। ਕਈ ਦੁਨਿਆਵੀ ਲੋੜਾਂ ਲਈ ਧਿਆਨ ਧਰਦੇ ਨੇ। ਸਤਿਗੁਰੂ ਪਿਤਾ ਜੀ ਕਹਿੰਦੇ ਭਾਗਾ ਵਾਲੇ ਨੇ ਉਹ ਜਿਨ੍ਹਾਂ ਨੇ ਧਿਆਨ ਧਰਿਆ ਉਸ ਪ੍ਰਮਾਤਮਾ ਰੂਪੀ ਗੁਰੂ ਨਾਨਕ ਜੀ ਦਾ, ਤੇ ਉਸ ਧਿਆਨ ਵਿੱਚੋਂ ਜਿਹੜਾ ਗਿਆਨ ਮਿਲਿਆ, ਉਸ ਗਿਆਨ ਅੱਗੇ ਦੁਨੀਆ ਦੇ ਗਿਆਨ ਨੇ ਗੋਡੇ ਟੇਕਦੇ। ਜਿਵੇਂ ਜਿੱਥੇ ਜਿੱਥੇ ਸਤਿਗੁਰੂ ਗਏ, ਵੱਡੇ ਵੱਡੇ ਵਿਦਿਆ ਦੇ ਧਰੰਤਰ ਗੁਰੂ ਨਾਨਕ ਅੱਗੇ ਝੁਕਦੇ ਆ। ਉਹੀ ਗਿਆਨ ਜਦੋਂ ਦੁਨਿਆਵੀ ਪੜ੍ਹਾਈ ਕਰਕੇ ਭਾਵੇਂ ਭਾਈ ਲਾਲੋ ਅਨਪੜ੍ਹੇ, ਭਾਈ ਮਰਦਾਨਾ ਅਨਪੜ੍ਹੇ, ਭਾਵੇਂ ਹੋਰ ਬਹੁਤ ਸਿੱਖ ਇਹੋ ਜਿਹੇ, ਪਰ ਜਦੋਂ ਉਹਨਾਂ ਨੂੰ ਰੂਹਾਨੀ ਗਿਆਨ ਗੁਰੂ ਨਾਨਕ ਦੇ ਧਿਆਨ ਵਿੱਚੋਂ ਪ੍ਰਾਪਤ ਹੋਇਆ ਤੇ ਸੱਚ ਜਾਣਿਓ, ਫਿਰ ਉਸ ਜੀਵਨ ਅੱਗੇ ਬੜੇ ਜੀਵਨ ਝੁਕੇ ਤੇ ਉਹ ਵੀ ਸਾਰੇ ਸਤਿਗੁਰੂ ਦੇ ਚਰਨੀ ਲਾ ਕੇ ਤੇ ਉਸ ਬ੍ਰਹਮ ਨੂੰ, ਉਸ ਪ੍ਰਮਾਤਮਾ ਨੂੰ ਪਾਉਣ ਦੇ ਰਾਹਾਂ ਤੇ ਤੁਰੇ। ਹੁਣ ਅਸੀਂ ਦੋ ਤਿੰਨ ਇਹ ਪ੍ਰਮਾਣ ਵੇਖੀਏ ਕਿ ਮਹਾਰਾਜ ਕਹਿੰਦੇ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਇਹ ਪਾਠ ਭੇਜਦੇ ਇੱਥੇ ਨੰਨੇ ਨਾ ਪਾਠੇ ਜਾਣਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਵਿਖਮ ਨਦੀ ਜਾਏ ਤਰਨੀ। ਇਹ ਨਿਮਰਤਾ ਸਤਿਗੁਰਾਂ ਦੀ। ਕਈ ਵਾਰੀ ਹੁੰਦਾ ਕਿ ਸਾਡੇ ਪੱਲੇ ਕੁਝ ਨਾ ਹੋਵੇ, ਨਾ ਗਿਆਨ ਨਾ ਗੁਰੂ ਦਾ ਕਦੇ 1-2 ਮਿੰਟ ਲਈ ਧਿਆਨ ਹੋਵੇ। ਸਤਿਗੁਰੂ ਪਿਤਾ ਜੀ ਕਹਿੰਦੇ ਤੇ ਬੰਦਾ ਇਹ ਤੁਕਾਂ ਪੜ੍ਹੀ ਜਾਏ ਤੇ ਇਹ ਤੁਕਾਂ ਪੜ੍ਹ ਕੇ ਸਾਡਾ ਬਚਾਅ ਨਹੀਂ, ਪਰ ਰੋਜ਼ ਸਤਿਗੁਰੂ ਦੇ ਚਰਨਾਂ ਦਾ ਧਿਆਨ ਟਿਕਾਉਣਾ, ਰੋਜ਼ ਗੁਰੂ ਕੀ ਬਾਣੀ ਤੋਂ, ਗੁਰ ਇਤਿਹਾਸ ਵਿੱਚੋਂ ਗਿਆਨ ਪ੍ਰਾਪਤ ਕਰਨਾ, ਤੇ ਸਭ ਕੁਝ ਪ੍ਰਾਪਤ ਕਰਕੇ ਵੀ ਨਿਮਰਤਾ 'ਚ ਜਾਣਾ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਡੀ ਕਰਨੀ ਵੀ ਸਤਿਗੁਰੂ ਜੀ ਕੋਈ ਬਹੁਤੀ ਨਿਰਮਲ ਨਹੀਂ, ਅਸੀਂ ਤਾਂ ਐਬਾਂ ਦੇ ਭਰੇ ਹਾਂ। ਸਾਧ ਸੰਗਤ ਕੈ ਅੰਚਲ ਲਾਵੋ, ਸਾਨੂੰ ਪਾਤਸ਼ਾਹ ਜੀ ਉਸ ਸੰਗਤ ਦੇ ਨਾਲ ਜੋੜ ਦਿਓ ਜਿਸ ਸੰਗਤ ਵਿੱਚ ਗਿਆ ਸਾਡਾ ਧਿਆਨ ਤੁਹਾਡੇ ਵੱਲ ਆਵੇ, ਜਿਸ ਸੰਗਤ ਵਿੱਚ ਗਿਆ ਸਾਨੂੰ ਦੁਨੀਆ ਦਾ ਹੰਕਾਰ ਨਾ ਹੋਵੇ, ਅਸੀਂ ਗੁਰੂ ਕੀ ਬਾਣੀ ਦਾ ਗਿਆਨ ਪ੍ਰਾਪਤ ਕਰ ਸਕੀਏ। ਜਿਸ ਸੰਗਤ ਵਿੱਚ ਗਿਆ ਸਾਡਾ ਨਾਮ ਦੇ ਵਿੱਚ ਟਿਕਾ ਤੇ ਨਾਮ ਦੇ ਵਿੱਚ ਪਿਆਰ ਬਣਾ ਹੋਵੇ। ਦੇਖੋ ਇਹ ਤਿੰਨ ਗੱਲਾਂ ਨੇ, ਇਹ ਤਿੰਨੇ ਗੱਲਾਂ ਸਾਨੂੰ ਸੰਗਤ ਚੋਂ ਮਿਲਣੀਆਂ। ਇਸੇ ਸ਼ਬਦ 'ਚ ਵੀ ਗੁਰੂ ਸਾਹਿਬ ਨੇ ਸੰਗਤ ਦੀ ਗੱਲ ਕੀਤੀ। ਇੱਕ ਅਸੀਂ ਇਹ ਪੜ੍ਹ ਲੈਂਦੇ ਹਾਂ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਭਾਈ ਗੁਰਦਾਸ ਜੀ ਦੀ ਇੱਕ ਤੁਕ ਹੈ। ਭਾਈ ਜੀ ਕਹਿੰਦੇ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਅਸੀਂ ਪਹਿਲੀਆਂ 2 ਗੱਲਾਂ ਲਈਏ ਕਿ ਦੁਨੀਆ ਵਿੱਚ ਬੜੇ ਦੇਵਤਿਆਂ ਦਾ ਕਹਿ ਲਓ, ਬੜੇ ਪੱਥਰਾਂ ਦਾ, ਬੜੇ ਰੁੱਖਾਂ ਦਾ, ਬਹੁਤ ਚੀਜ਼ਾਂ ਦਾ ਧਿਆਨ ਲੋਕ ਟਿਕਾਉਂਦੇ ਕਿਉਂਕਿ ਅਰਬਾਂ 'ਚ ਸੰਖਿਆ ਤੇ ਹਰ ਧਰਮ ਦਾ ਆਪਣਾ ਆਪਣਾ ਕੋਈ ਦੇਵਤਾ ਹੈ। ਮਹਾਰਾਜ ਕਹਿੰਦੇ ਪਰ ਜੇ ਅਸੀਂ ਗੁਰੂ ਨਾਨਕ ਦੇ ਸਿੱਖ ਬਣ ਕੇ ਪੁੱਛੀਏ ਤੇ ਭਾਈ ਗੁਰਦਾਸ ਜੀ ਕਹਿੰਦੇ ਦੁਨੀਆ ਦੇ ਹਰ ਧਿਆਨ ਵਿੱਚੋਂ ਜੇ ਕੋਈ ਸਭ ਤੋਂ ਸਿਖਰ ਦਾ ਧਿਆਨ ਹੈ ਤੇ ਉਹ ਸਿੱਖ ਦੇ ਲਈ ਆਪਣੇ ਗੁਰੂ ਦਾ ਧਿਆਨ ਹੈ। ਜੇ ਦੁਨੀਆ ਦੇ ਗਿਆਨ ਵਿੱਚੋਂ ਕੋਈ ਸਿਖਰ ਦਾ ਗਿਆਨ ਹੈ ਤੇ ਸੱਚ ਜਾਣਿਓ ਜਪਜੀ ਪੜ੍ਹੇ ਹੋਏ ਸਿੱਖ ਨੂੰ ਜਿਹੜਾ ਗਿਆਨ ਹੋਵੇ ਉਹਦੇ ਅੱਗੇ ਦੁਨੀਆ ਦਾ ਗਿਆਨ ਕਿੱਥੋਂ ਚੱਲ ਸਕਦਾ। ਤਾਂ ਕਰਕੇ ਗੁਰਬਾਣੀ ਅੰਦਰ ਇੱਕ ਤੁਕ ਮਹਾਰਾਜ ਨੇ ਉਚਾਰੀ, ਸੋ ਧਿਆਨ ਧਰੋ ਜੇ ਬਹੁ ਨਾ ਧਰਨਾ। ਮਹਾਰਾਜ ਕਹਿੰਦੇ ਇੱਕ ਵਾਰੀ ਇਦਾਂ ਦਾ ਧਿਆਨ ਧਰੋ, ਇਦਾਂ ਦਾ ਟਿਕ ਜਾਓ ਆਪਣੇ ਗੁਰੂ ਦੇ ਚਰਨਾਂ ਵਿੱਚ ਕਿ ਤੁਹਾਡੇ ਧਿਆਨ ਵਿੱਚ ਫਿਰ ਹੋਰ ਕੋਈ ਜਿਹੜਾ ਹੈ ਉਹ ਕਿਸੇ ਦਾ ਆਸਰਾ ਨਾ ਆਵੇ, ਕੇਵਲ ਇੱਕੋ ਦਾ ਧਿਆਨ। ਦੁਨੀਆ ਦਾ ਕੋਈ ਦੁੱਖ ਆਵੇ, ਦੁਨੀਆ ਦੀ ਕੋਈ ਮੁਸ਼ਕਲ ਬਣੇ ਜਾਂ ਚਿੱਤ ਕਰੇ ਹੁਣ ਰੱਬ ਦੀ ਪ੍ਰਾਪਤੀ ਤੇ ਧਿਆਨ ਕੇਵਲ ਗੁਰੂ ਨਾਨਕ ਜੀ ਦੇ ਚਰਨਾਂ ਦਾ, ਕਿਉਂਕਿ ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ। ਸੋ ਇਸੇ ਜਦੋਂ ਅਸੀਂ ਇਹ ਸਭ ਕੁਝ ਵੇਖਦੇ ਹਾਂ ਤੇ ਸਤਿਗੁਰੂ ਸੱਚੇ ਪਿਤਾ ਜੀਆਂ ਦੇ ਚਰਨਾਂ ਦਾ ਬੜੇ ਸਿੱਖਾਂ ਨੇ ਧਿਆਨ ਧਰਿਆ।
ਜਦੋਂ ਮੇਰੇ ਪਾਤਸ਼ਾਹ ਜੀ ਕਹਿੰਦੇ ਆਪਾਂ ਚਾਕਰੀਆਂ ਚੰਗਿਆਈਆਂ ਅਵਰ ਸਿਆਣਪਾਂ ਕੇ ਇਹਨਾਂ ਨੂੰ ਤਿਆਗ ਦਿਆਂਗੇ, ਆਪਣੀਆਂ ਚਲਾਕੀਆਂ ਨੂੰ ਚਤੁਰਾਈਆਂ ਨੂੰ, ਫਿਰ ਗੁਰੂ ਸਾਹਿਬ ਦੀ ਇਹ ਗੱਲ ਮੰਨਾਂਗੇ ਕਿ ਨਾਨਕ ਨਾਮ ਸੰਭਾਲ ਤੂੰ, ਐ ਮਨੁੱਖ ਤੂੰ ਪਰਮੇਸ਼ਰ ਦੇ ਨਾਮ ਦਾ ਸੰਭਾਲ ਕਰ। ਤੂੰ ਦੁਨੀਆ ਵਿੱਚ ਬਹੁਤ ਕੁਝ ਅੱਜ ਸਮਝਦਾ ਪਿਆ, ਪਰ ਰੂਹਾਨੀ ਆਤਮਿਕ ਜੋ ਤੇਰਾ ਖਜ਼ਾਨਾ ਤੂੰ ਉਹਨੂੰ ਲੁਟਾ ਰਿਹਾ। ਜਦੋਂ ਅਸੀਂ ਗੁਰੂ ਸਾਹਿਬ ਦੀ ਇਹ ਗੱਲ ਮੰਨਾਂਗੇ ਫਿਰ ਬੱਧਾ ਛੁੱਟੈ ਜਿੱਤ। ਮੱਝ ਕਹਿੰਦੇ ਜਿਹੜੇ ਨਾਮ ਨੂੰ ਸੰਭਾਲਦੇ ਨੇ ਉਹ ਫਿਰ ਬੰਧਨਾਂ ਤੋਂ ਛੁੱਟ ਜਾਂਦੇ ਆ। ਸਤਿਗੁਰੂ ਸੱਚੇ ਪਿਤਾ ਜੀ ਇਹੀ ਗੱਲ ਅਗਲੇਰੀਆਂ ਤੁਕਾਂ ਦੇ ਅੰਦਰ ਸਾਨੂੰ ਸਮਝਾ ਰਹੇ ਨੇ। ਬਾਬਾ ਕਬੀਰ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ, ਉਹਦੀਆਂ ਅਖੀਰਲੀਆਂ 2 ਤੁਕਾਂ ਨੇ ਕਿ ਇਹ ਗਿਆਨ ਕਿਵੇਂ ਭਰਨਾ। ਮਹਾਰਾਜ ਜੀ ਤੁਸੀਂ ਇਹ ਤਾਂ ਕਹਿਤਾ ਕਿ ਗੁਰੂ ਦਾ ਧਿਆਨ ਧਰੋ, ਗੁਰੂ ਦਾ ਗਿਆਨ ਪ੍ਰਾਪਤ ਕਰੋ, ਗੁਰੂ ਨਾਮ ਨੂੰ ਹਿਰਦੇ 'ਚ ਵਸਾਓ, ਪਰ ਇਹ ਸਭ ਕੁਝ ਕਿਵੇਂ? ਤੇ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਿਤਾ ਕਹਿੰਦੇ ਮਨ ਕਰ ਬੈਲ, ਸੁਰਤ ਕਰ ਬੈਠਾ, ਗਿਆਨ ਗੋਸ ਕਰ ਡਾਰੀ, ਕਹਿਤ ਕਬੀਰ ਸੁਨੋਰੇ ਸੰਤੋ ਖਿਬਹੀ ਨੇਬ ਖੇਪ ਹਮਾਰੀ। ਹੁਣ ਇੱਥੇ ਦੇਖੋ ਬਾਬਾ ਜੀ ਨੇ ਕਿਹਾ ਪਹਿਲਾਂ ਆਪਣੇ ਮਨ ਨੂੰ ਤਿਆਰ ਕਰੀਏ, ਕਿਉਂਕਿ ਮਨ ਨੇ ਤਿਆਰ ਹੋ ਕੇ ਹੀ ਅੰਮ੍ਰਿਤ ਦੇ ਬਾਟੇ ਵੱਲ ਆਉਣਾ ਹੈ, ਮਨ ਨੇ ਤਿਆਰ ਹੋ ਕੇ ਹੀ ਗੁਰੂ ਦੀ ਸੰਗਤ ਵਿੱਚ ਆਉਣਾ। ਇੱਥੇ ਵੀ ਅੰਮ੍ਰਿਤ ਹੀ ਰੋਜ਼ ਵੰਡਿਆ ਜਾ ਰਿਹਾ, ਬਾਣੀ ਦਾ, ਕਥਾ ਦਾ, ਕੀਰਤਨ ਦਾ, ਸੇਵਾ ਦਾ, ਸਿਮਰਨ ਦਾ। ਪਾਤਸ਼ਾਹ ਕਹਿੰਦੇ ਮਨ ਨੂੰ ਬਲਦ ਬਣਾਉਣਾ ਤੇ ਬਲਦ ਬੁੱਢਾ ਨਾ ਹੋਵੇ, ਬਲਦ ਚੰਗੀ ਖੁਰਾਕ ਖਾ ਕੇ ਹਜਮ ਕਰਨ ਵਾਲਾ ਹੋਵੇ। ਕਈ ਵਾਰੀ ਕੀ ਹੁੰਦਾ ਹੈ ਅਸੀਂ ਬਹੁਤ ਵੱਡਾ ਗਿਆਨ ਗੁਰੂ ਘਰੋਂ ਸੁਣ ਕੇ ਜਾਂਦੇ ਹਾਂ, ਪਰ ਅਸੀਂ ਇੱਕ ਕੰਨੋਂ ਸੁਣਦੇ ਦੂਜੀ ਕੰਨੀ ਕੱਢ ਦਿੰਦੇ ਹਾਂ। ਇਹਦਾ ਭਾਵ ਸਾਡਾ ਮਨ ਰੂਪੀ ਬਲਦ ਅਜੇ ਉਸ ਅਵਸਥਾ ਤੱਕ ਪਹੁੰਚਿਆ ਨਹੀਂ ਕਿ ਜਿਹੜੀ ਖੁਰਾਕ ਅਸੀਂ ਮਨ ਰੂਪੀ ਬਲਦ ਨੂੰ ਦੇ ਰਹੇ ਹਾਂ ਰੋਜ਼ ਨਿਤਨੇਮ ਦੀ। ਵੇਖੋ ਹੁਣ ਇਹ ਗਿਆਨ ਹੈ ਨਾ, ਇੱਕ ਮਹਾਰਾਜ ਜੀ ਕਹਿੰਦੇ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਅੱਜ ਜੇ ਸਭ ਤੋਂ ਵੱਧ ਸਾਡੇ ਸਵਾਸ ਕਿਸੇ ਕੰਮ 'ਚ ਵੇਸਟ ਹੋ ਰਹੇ ਆ, ਸਭ ਤੋਂ ਜੇ ਕੋਈ ਮਿੱਠੀ ਸ਼ੈ ਅੱਜ ਦੇ ਮਨੁੱਖ ਨੂੰ ਲੱਗ ਰਹੀ ਆ, ਤੇ ਸਭ ਤੋਂ ਵੱਧ ਸਵਾਦ ਜਿਸ ਕੰਮ 'ਚ ਬੰਦੇ ਨੂੰ ਆ ਰਿਹਾ ਉਹ ਹੈ ਦੂਜੇ ਦੀ ਨਿੰਦਿਆ ਕਰਨੀ, ਦੂਜੇ ਨੂੰ ਮਾੜਾ ਕਹਿਣਾ, ਦੂਜੇ ਦੀ ਹੇਠੀ ਕਰਨੀ। ਮਹਾਰਾਜ ਕਹਿੰਦੇ ਬੜੀ ਮਿੱਠੀ ਚੀਜ਼ ਹੈ, ਪਰ ਗੁਰੂ ਸਾਹਿਬ ਦੀ ਬਾਣੀ ਗਿਆਨ ਦਿੰਦੀ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਮਹਾਰਾਜ ਕਹਿੰਦੇ ਇਹ ਹੁਣ ਗੁਰੂ ਦੀ ਬਾਣੀ ਤੋਂ ਅੱਜ ਗਿਆਨ ਲੈ ਕੇ ਜਾ। ਸੱਚੇ ਪਿਤਾ ਜੀ ਕਹਿੰਦੇ ਸੰਗਤ ਜੀ ਨਾਮ ਜਪਣਾ ਇਵੇਂ ਆ ਜਿਵੇਂ ਕੋਈ ਬੜੀ ਵੱਡੀ ਬਿਲਡਿੰਗ ਆ ਤੇ ਉਹਦੇ ਸਿਖਰ ਤੇ ਪਹੁੰਚਣਾ ਤੇ ਜਾਣਾ ਵੀ ਪੌੜੀਆਂ ਰਾਹੀਂ ਆ। ਮਹਾਰਾਜ ਕਹਿੰਦੇ ਇਦਾਂ ਸਿੱਧੇ ਨਹੀਂ ਕਿ ਅਸੀਂ ਸਵੇਰੇ ਧਿਆਨ ਟਿਕਾ ਲਿਆ 2-4 ਮਿੰਟ ਤੇ ਸਾਰੀ ਦਿਹਾੜੀ ਫਿਰ ਉਹੀ ਕੁਝ ਕੀਤਾ ਜੋ ਬਾਣੀ ਨੇ ਸਾਨੂੰ ਰੋਕਿਆ। ਗੁਰੂ ਸਾਹਿਬ ਕਹਿੰਦੇ ਪਹਿਲਾਂ ਆਪਣੀ ਜ਼ਿੰਦਗੀ ਚੋਂ ਵਕਾਰ ਐਬ ਇਹ ਸਭ ਕੁਝ ਇਹ ਗਿਲਾਨੀਆਂ ਨੂੰ ਦੂਰ ਕਰ। ਹੁਣ ਇੱਥੇ ਸਤਿਗੁਰੂ ਪਿਤਾ ਜੀ ਇਹੀ ਗੱਲ ਸਾਨੂੰ ਸਮਝਾ ਰਹੇ ਮਨ ਕਰ ਬੈਲ, ਆਪਣੇ ਮਨ ਨੂੰ ਬਲਦ ਬਣਾਈਏ। ਉਹ ਬਲਦ ਕਿ ਜਦੋਂ ਜ਼ਿਮੀਂਦਾਰ ਇੱਕ ਵਾਰੀ ਜੋਂ ਲੈਂਦਾ ਸੀ ਤੇ ਕਈ ਕਿਲੋਮੀਟਰ ਉੱਤੇ ਭਾਰ ਪਾਣਾ, ਉਹਨੇ ਨਾ ਥੱਕਣਾ ਨਾ ਆਕਣਾ। ਕਿਉਂ? ਕਿਉਂਕਿ ਉਹਨੂੰ ਭਰੋਸਾ ਸੀ ਜਿੱਤੇ ਮੈਂ ਭਾਰ ਲੱਦਿਆ ਇਹਨੂੰ ਮੈਂ ਚੰਗੀ ਖੁਰਾਕ ਦਿੱਤੀ ਹੈ, ਇਹਨੂੰ ਮੈਂ ਚੰਗਾ ਜੀਵਨ ਦਿੱਤਾ ਹੈ, ਮੈਨੂੰ ਰਾਜ ਧੋਖਾ ਨਹੀਂ ਦਊਗਾ। ਤੇ ਜੇ ਸਾਡੇ ਮਨ ਕੋਲ ਹੋਇਆ ਹੀ ਇਹ ਨਿੰਦਿਆ ਚੁਗਲੀ ਈਰਖਾ ਦਵੈਸ਼ ਇਹ ਸਭ ਕੁਝ ਹੋਈ, ਫਿਰ ਮਹਾਰਾਜ ਜੀ ਕਹਿੰਦੇ ਇਦਾਂ ਤੇਰੇ ਜੀਵਨ ਦਾ ਬੇੜਾ ਪਾਰ ਨਹੀਂ। ਹੁਣ ਦੇਖੋ ਇੱਥੇ ਹੈ ਮਨ ਕਰ ਬੈਰ ਸੁਰਤ ਕਰ ਬੈਠਾ। ਹੁਣ ਤੁਰਨਾ ਕਿਹੜੇ ਰਾਹ ਤੇ ਆ? ਗੁਰੂ ਦੇ ਗਿਆਨ ਜਦੋਂ ਅਸੀਂ ਲਵਾਂਗੇ ਨਾ, ਮਹਾਰਾਜ ਕਹਿੰਦੇ ਆਪਣੀ ਸੁਰਤ ਨੂੰ ਰਾਹ ਬਣਾ, ਸੁਰਤ ਨੂੰ ਸੜਕ ਬਣਾ, ਸੁਰਤ ਨੂੰ ਪਗਡੰਡੀ ਬਣਾ, ਜੀਵਨ ਦਾ ਉਹ ਬੰਦ ਬਣਾ ਜਿਹਦੇ ਉੱਤੇ ਤੂੰ ਤੁਰ ਸਕੇ। ਰੱਬ ਦੇ ਘਰ 'ਚ ਸਰੀਰ ਨਹੀਂ ਪਹੁੰਚਣਾ, ਰੱਬ ਦੇ ਘਰ 'ਚ ਤਾਂ ਸੁਰਤ ਪਹੁੰਚਣੀ ਹੈ। ਤੇ ਸਾਡੀ ਸੁਰਤ ਦੇ ਵਿੱਚ ਦੁਨੀਆ ਦੀਆਂ ਆਸਾਂ ਮਨਸਾ ਫੁਰਨੇ, ਕਿਸੇ ਨਾਲ ਵੈਰ ਕਿਸੇ ਨਾਲ ਮਿੱਤਰਤਾ ਬਹੁਤ ਕੁਝ ਹੈ। ਗੁਰੂ ਜੀ ਕਹਿੰਦੇ ਇਹਨੂੰ ਦੂਰ ਕਰ, ਮਨ ਕਰ ਬੈਲ ਸੁਰਤ ਕਰ ਬੈਠਾ, ਗਿਆਨ ਗੋਸ ਗੋਨ ਕਰ ਡਾਰੀ। ਗੋਨ ਕਹਿੰਦੇ ਛੱਟ ਭਰਨੀ, ਫਿਰ ਕਹਿੰਦੇ ਲੱਦ ਆਪਣੇ ਇਸ ਮਨ ਰੂਪੀ ਬਲਦ ਦੇ ਉੱਤੇ ਗੁਰੂ ਦੀ ਬਾਣੀ ਦਾ ਗਿਆਨ। ਅੱਜ ਸਾਨੂੰ 10 ਗੁਰੂਆਂ ਦੇ ਨਾਮ ਨਹੀਂ ਆਉਂਦੇ, ਅੱਜ ਸਾਨੂੰ 5 ਪਿਆਰਿਆਂ ਦੇ ਨਾਮ ਦਾ ਨਹੀਂ ਪਤਾ, ਸਾਨੂੰ ਇਹ ਨਹੀਂ ਪਤਾ ਜਪਜੀ ਸਾਹਿਬ ਦੀਆਂ ਪੌੜੀਆਂ ਕਿੰਨੀਆਂ ਨੇ, ਜਪਜੀ ਸਾਹਿਬ 'ਚ ਸ਼ਲੋਕ ਕਿੰਨੇ ਹੁੰਦੇ ਆ, ਸਾਨੂੰ ਇਹ ਨਹੀਂ ਪਤਾ ਗੁਰੂ ਅਰਜਨ ਦੇ ਪਿਤਾ ਨੇ ਸੁਖਮਨੀ ਸਾਹਿਬ ਕਿੱਥੇ ਉਚਾਰਿਆ। ਗੁਰੂ ਬਾਬੇ ਨੇ ਇੱਕ ਰਾਗੀ ਸਿੰਘ ਤੋਂ ਇਹ ਸਵਾਲ ਕੀਤਾ ਮੀਡੀਆ ਵਾਲੇ ਨੇ ਕਿ ਤੁਹਾਨੂੰ ਆਈਫੋਨ ਮੈਂ ਗਿਫਟ ਕਰ ਦਿਆਂਗਾ, ਇਹ ਦੱਸੋ ਕਿ ਕਰਤਾਰਪੁਰ ਗੁਰੂ ਨਾਨਕ ਜੀ ਕਿੰਨੇ ਸਾਲ ਰਹੇ? ਪਤਾ ਹੀ ਨਹੀਂ ਲੱਗਾ, ਕੋਈ 11 ਕੋਈ 16 ਕੋਈ 12 ਸਾਲ ਕਹੀ ਚੱਲੇ। ਸਾਡੀ ਕੌਮ ਦੀ ਇਹ ਤਰਾਸਦੀ ਆ ਕਿ ਜਿਸ ਕੌਮ ਕੋਲ ਰੂਹਾਨੀਅਤ ਦਾ ਸਭ ਤੋਂ ਵੱਡਾ ਖਜ਼ਾਨਾ ਹੈ, ਉਹਨੇ ਉਸ ਖਜ਼ਾਨੇ ਨੂੰ ਤਾਂ ਬੜੀ ਦੂਰ ਦੀ ਗੱਲ ਹੈ ਆਪਣੇ ਗੁਰੂਆਂ ਦੇ ਨਾਮ ਵੀ ਨਹੀਂ ਚੇਤੇ ਰੱਖਿਆ। ਅੱਜ ਕੱਲ੍ਹ ਸਾਡੇ ਕੋਲ ਦੁਨੀਆ ਦੀ ਬੜੀ ਹਿਸਟਰੀ ਇਕੱਠੀ ਆ, ਦੁਨੀਆ ਦੀ ਐਜੂਕੇਸ਼ਨ ਅਸੀਂ ਮੱਲਾਂ ਮਾਰਦੇ ਪਏ ਹਾਂ,
पर असी अज अपने अंदरों वेखिए साडियां जड़ां खोखलियां हो गईयां संगत जी। सतगुरु सच्चे पिता जी कहते कि आपां इस ज्ञान दे तां आवांगे जो साडे मन रूपी बल्द दे अंदर इन्नी सच्चाई होगी, क्योंकि बाणी ने ज्ञान दिता ना, बोली है सच धर्म झूठ ना बोली है। तो जे बंदे दी सारी दिहाड़ी झूठ च ही निकल जाए तो फिर उत्थे फिर सच नहीं टिकना। उत्थे गुरु नानक दा ध्यान, गुरु नानक जी दा ज्ञान ते गुरु नानक जी दा मंत्र नहीं टिकना। सो खैर पातशाह जी मेहरामत करे। मैं साखियां नहीं लईयां क्योंकि 5-7 मिनट ही हुंदे आ अर्थां दे लई साडे कोलों। सो ये सारी दात आपां गुरु कोलों लैनी संगत जी कि सतगुर शब्द उजारो दीपा। ਜਿਹੜੇ ਤੇ इस गल की भुख रखते हैं कि ये ज्ञान किवें प्राप्त होवे, सब तो पहला राह है गुरु की बाणी पढ़नी शुरू करिए। अर्थ आउंदे नहीं आउंदे, बाणी शुद्ध जे पढ़ी जा रही नहीं पढ़ी जा रही है, ये बहाने नहीं करने, बाणी पढ़नी शुरू करिए। बाणी का धर्म है। वेखो मर्च खाओ, सानू पता मर्च दे विच किहड़े कैल्शियम किहड़े तत्त पए, और उन्होंने खा लो तुहाडा मूँह कोड़ा कर दूगी। खंड दे विच मिठास है। इसे तरह पानी की तसीर उन्हें साडी प्यास बुझानी। तो जे बंदा पहला एक कवे दे विच दसो किहड़ा विग्यानक तत्त पिया, मैनू तो पूरा सिद्ध करके दो लैब च मैं फिर पानी पीना, नहीं। उदों सानू चंगा माड़ा जिहड़ा मिले असीं पी लैंदे आ। अज लोड़ है सानू इन्हां गल्लां तो दूर हट के बाणी नूं पढ़न दी। ये बाणी का जदों दीवा बालना शुरू करांगे, इस दीवे ने देखो दुनियावी दीवा बले हनेरा जाता है, जिदन बाणी का दीवा अंदर बलेगा उदन जिंदगी चों अज्ञानता का हनेरा जाओ। फिर इन हनेरे विचों जाके एक वस्तु मिलनी है। वो वस्तु केड़ी है? महाराज कहते सतगुर शब्द उजारो दीपा, बिन स्यो अंधकार तह मंदिर रतन कोठड़ी खुली अनूपा। सो वो वस्तु है फिर ज्ञान अंजन गुर दिया। ये उन्होंने ज्ञान का सुरमा मिलया, तो जिन्होंने ज्ञान का सुरमा मिलया ना, वो 400 रुपया दिहाड़ी ला के भी कहते बाबा नानक खुशी है, गुरु नानक जी आनंद है। तो जिन्होंने ज्ञान के दीवे नहीं मिले 4 लाख कमा के भी मैं रोंदे वेखदा। कारण की? क्योंकि साडे कोलों जीवन की समझ नहीं अज ना असीं लैना चाहुंदे आ। सतगुरु पिता जी कहते आओ अपने गुरु वल मुड़िए, बाणी वल मुड़िए, गुरु दियां दित्तियां साखियां ते तर्क छड्ड के उन्होंने जीवन च कमाईए। उन्होंने गुरसिखां दे जीवन नूं अगे है रहाओ, काल जाल अर महा जंजाला छुट के जमै डरा। जिन्हां कोलों रब्बी ज्ञान रब्बी ध्यान गुरु दा मंत्र आ गया, दुनिया के अंदर विचरदियां कहते उन्होंने फिर आत्मक फाइयां नहीं पौंदियां, वो हमेशा चढ़दी कला च रहिंदे। दुनिया के माया के जंजाल नहीं उन्होंने पाउंदे, जमै डरा ना मौत का डर रह जाता है। आयो दुख हरन सरन करुणा पत। गुरु साहब जी कितना प्यार करते ना अपने आने वाले सिखां नूं, जग्यासुआं नूं, कि जदों भी अपने गुरु को लाओ अपने मन च एक तस्वीर बना के आया करो कि मेरा गुरु दुखा नूं हरन वाला है, मेरा गुरु इन्ना तरस करने वाला है। वो तो उड़ीकदा रहिंदा है कि कोई चल के आवे ते सच इवे इत्थे आके अपना भला मंगे। फिर अगे महाराज कहते नाव रूप भयो साध संग। जिहड़ी संगत है ना संगत जी, ये महाराज कहते एक नाव की तरह, जहाज की तरह, ते इसे संगत विच रहिया सानू पातशाह कहते उस वाहिगुरु जी के ज्ञान नूं कमाउण दा, वाहिगुरु विच ध्यान नूं टकाउण दा, ते वाहिगुरु जी नूं जपण दा, ये सारियां दातां दा खजाना संगत चों प्राप्त होना है। भव नित पार परा। फिर इस खजाने नाल असीं दुनिया के सागर तो पार होवांगे। अपियो पियो गत थियो भरमा। कहते आओ इस नाम रूपी अपियो नूं घुटां रज रज के पीए। फिर इस नाम नूं पी के दुनिया के भरम उड़ जाते आ, जिंदगी के अंदर गतिया प्राप्त होंदी आ। कहो नानक अजर जरा। अजर कहते ने बुढ़ेपे ते फतेह पा देनी। उस मर्ज कहते फिर जीवन दियां औखियां घड़ियां नूं सिख जित जांदा। 90 साल की उम्र च 8वीं अष्टपदी ते पाठ पहुंचया ब्रह्म ज्ञानी दी, ते कहंदे आ भाई मनी सिंह दा बंद बंद कटिया जा रहा। पर भाई मनी सिंह दे चेहरे ते जला किन्ना सी। बाबा दीप सिंह नूं पता लगा दरबार हरमंदर साहब कुप्पे ला के जहान खां ने उड़ा दिता है, ते बाबा 75 साल की उम्र च 18 शेर का खंडा चुकता है।
ਗੁਰੂ ਸਾਹਿਬ ਕਹਿੰਦੇ ਗੁਰਮੁਖ ਵੱਡੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਇਹ ਤਾਂ ਸੰਗਤ ਜੀ ਉਹ ਦਾਤ ਹੈ, ਥਾਨ ਸੁਹਾਵਾ ਪਵਿੱਤ ਹੈ, ਜਿੱਥੇ ਸੰਤ ਸਵਾ ਢੋਈ ਤਿਸਹੀ ਨੋ ਮਿਲੈ, ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਹਾ, ਜਿੱਥੇ ਮਿਰਤ ਨਾ ਜਨਮ ਜਰਾ। ਉੱਥੇ ਨਾ ਮੌਤ ਨਾ ਜਨਮ ਨਾ ਬੁਢੇਪੇ ਦਾ ਡਾਰੇ, ਉੱਥੇ ਖੁਮਾਰੀ ਹੈ ਸੱਚੇ ਨਾਮ ਦੀ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਕੋਈ ਦੁਨੀਆ ਦੀ ਤਾਕਤ ਕੱਟ ਵੱਢ ਨਹੀਂ ਸਕਦੀ, ਭਾਵੇਂ ਉਹ ਮੌਤ ਰੂਪੀ ਕਾਲ, ਦੁਨੀਆ ਦਾ ਸ਼ਸਤਰ ਰੂਪੀ ਕਾਲ। ਸੋ ਸਤਿਗੁਰੂ ਕਿਰਪਾ ਕਰੇ ਆਪਾਂ ਵੀ ਗੁਰੂ ਕੀ ਬਾਣੀ ਜਿੱਥੇ ਪੜ੍ਹੀਏ ਉੱਥੇ ਬਾਣੀ ਨੂੰ ਸਮਝੀਏ, ਬਾਣੀ ਦਾ ਗਿਆਨ ਜਿਹੜਾ ਉਹ ਹਿਰਦੇ 'ਚ ਵਸਾ ਕੇ ਦੁਨੀਆ ਦੀਆਂ ਹਰ ਮੁਸ਼ਕਲਾਂ ਨੂੰ ਜਿਹੜਾ ਹੈ ਉਹ ਗੁਰੂ ਦਾ ਭਾਣਾ ਮੰਨ ਕੇ, ਰੱਬ ਦਾ ਭਾਣਾ ਮੰਨ ਕੇ, ਅਰਦਾਸਾਂ ਕਰਕੇ ਅਤੇ ਸਤਿਗੁਰੂ ਦਾ ਆਸਰਾ ਲੈ ਕੇ ਜੀਵਨ ਦੇ ਪੰਥ ਨੂੰ ਭੋਗੀਏ ਜੀ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।